ਬੇਟਾ ਤੁਹਾਡੀ ਮਾਂ ਲੈ ਜਾਂਦੀ ਆ, ਫਿਰਦੀ ਤੁਰਦੀ ਔਰਤ ਆ, ਪੈਸੇ अदालत जो ले जाती है ताड़ा खर्चा सारा लेके जाती है, उससे किताबें लो, उससे ही बस्ते लो, उसको वारा घूमने दो, वो वारा औरत है, उसको घूमने दो। तुम माँ की मानो। अच्छा, माँ की ना मानती तो मैं बात करता। माँ तुम्हारी फेरू तोरू है, वो लेके चलेगी अदालत से पैसे, वो पैसे आपके घर वाले खा रहे हैं, आपको नहीं लेके देते कुछ भी। मैं क्या करूं? जब मुझे मिलने आओगे मैं फिर बताऊंगा। ਸਰ ਤਲਾਕ ਦੀ ਵਜ੍ਹਾ ਵੀ ਤੇ ਤੁਸੀਂ ਹੋ। ਸਰ ਮੀਡੀਆ ਦੇ ਉੱਤੇ ਜਗ੍ਹਾ ਜਗ੍ਹਾ ਤੇ ਉਸ ਔਰਤ ਨੇ ਬਿਆਨ ਦਿੱਤਾ, ਅਸਮਾ ਬੀਬੀ ਨੇ, ਕਿ ਤੁਸੀਂ ਉਹਨਾਂ ਦੀ ਅਜ਼ਦਵਾਜੀ ਜ਼ਿੰਦਗੀ ਜਿਹੜੀ ਹੈਗੀ ਸੀ ਉਹ ਡਿਸਟਰਬ ਕਰ ਰਹੇ ਸੀ, ਤੁਸੀਂ ਨੁਕਰਾਂ 'ਚ ਖੁੱਡਿਆਂ 'ਚ छुप छुप के देखते सी। जी अस्सलाम वालेकुम नाज़रीन, मैं आपका होस्ट राना नवीद और आप देख रहे हैं वॉइस ऑफ नेशन। नाज़रीन, अज़ल से चला आ रहा है ख़ानदानी लड़ाइयाँ, जायदाद का तनाज़ा, हमारे ख़ानदान ने हमें ये नहीं दिया, हमारे ननियाल से हमें ये नहीं मिला। ऐसा ही एक केस पाकिस्तान के लेजेंडरी आर्टिस्ट, जो कि पाकिस्तानी स्टेज का एक बहुत बड़ा सितारा था, तारिक टैडी, जो कि अब इस दुनिया फ़ानी से रुखसत हो चुके हैं, उनके मरने के बाद उनके घर में एक ऐसा तनाज़ा शुरू हुआ कि जो आज तक वो सुर्खियों की जीनत बना हुआ है। उनकी जो जायदाद है वो उनके सारे के सारी जायदाद उनके बेटे को मिल गई, उनकी बेटियों को नहीं मिली। हमारे साथ मौजूद हैं तारिक टैडी साहब के छोटे भाई शहबाज साहब, और इन्हीं की ज़बानी हम सुनेंगे, इनसे आज हम पूछेंगे कि ये सब कुछ क्या है। अस्सलाम वालेकुम शहबाज साहब। वालेकुम सलाम जी। शहबाज साहब, ये पिछले दिनों सोशल मीडिया पे और मुख्तलिफ़ चैनल्स पे, अखबारों में इस चीज़ का जिक्र होता रहा कि आपने सारी की सारी जो जायदाद है उसका वारिस, जो तारिक टैडी साहब की जो पहली बीवी से जो बेटा है सोनू, आपने उसको बना दिया, जबकि जो दूसरी उनकी बीवी है, उनकी छोटी छोटी जो दो बेटियां हैं सफ़ा और मरवा, उनके नाम कुछ भी नहीं किया गया। ये क्या है सर जी? गल ये वे कि वारस असीं नहीं बनाया और ना असीं बना सकते। ठीक हो गया। बेटा तो पहले ही तारक साहब कोल सी, उन्होंने माँ भी बन के पालिया, जद कि 4 साल का जो दी वालदा फौत हो गई सी, ते वारस बन भी नहीं सकता। ठीक हो गया। तो ਇਹ ਦੋ ਬੇਟੀਆਂ ਦੀ ਤੁਸੀਂ ਗੱਲ ਕਰ ਜੇ, ਇਹ ਸਾਡੀਆਂ ਭਤੀਜੀਆਂ ਨੇ, ਇਹ ਸਾਡਾ ਬਲੱਡ ਰਿਲੇਸ਼ਨ ਹੈ, ਤੇ ਕੋਈ ਐਸੀ ਗੱਲ ਨਹੀਂ। ਸਾਡਾ ਇਨਸ਼ਾਅੱਲਾ ਜੋ ਵਿਰਾਸਤ 'ਚ ਇਹਨਾਂ ਦਾ ਹਿੱਸਾ ਮਿਲੇਗਾ, ਜਦੋਂ ਟਾਈਮ ਆਏਗਾ, ਵਕਤ ਆਏਗਾ, ਵਕਤ ਦੇ ਨਾਲ ਇਹ ਫੈਸਲੇ ਹੁੰਦੇ ਨੇ, ਰੋਡਾਂ ਦੇ ਖਲੋ ਕੇ ਫੈਸਲੇ ਨਹੀਂ ਹੁੰਦੇ। नहीं सर, वक्त कदों आएगा ਜਦੋਂ ਬੱਚੀਆਂ ਇਸ ਕਾਬਿਲ ਹੋ ਜਾਣਗੀਆਂ ਕਿ ਉਹ ਕਟੋਰਾ ਫੜ ਕੇ ਤੇ ਭੀਖ ਮੰਗਣ ਲੱਗ ਪੈਣ? ਨਹੀਂ ਕਟੋਰਾ ਫੜਨ ਦੀ ਉਹਨਾਂ ਨੂੰ ਜ਼ਰੂਰਤ ਵੀ ਕੋਈ ਨਹੀਂ। ਗੈਬ ਬਣਨਾ ਸੋਨੂ ਸਾਹਿਬ ਨੇ ਪੈਸੇ ਵੀ ਉਹਨਾਂ ਨੂੰ ਦਿੱਤੇ ਸੀ, ਪਿਛਲੇ ਦਿਨਾਂ ਜਦੋਂ ਜਨਾਜ਼ੇ ਦੇ ਆਏ ਸੀ ਉਹਨਾਂ ਨੂੰ ਪੈਸੇ ਵੀ ਦਿੱਤੇ ਸੀ। ਪਹਿਲੀ ਗੱਲ, ਸੋਨੂ ਸਾਹਿਬ ਨੇ 2-4 ਦਫਾ ਉਹਨਾਂ ਨੂੰ ਫੋਨ ਵੀ ਕੀਤਾ ਕੋਈ ਪੈਸੇ, ਜਦੋਂ ਉਹ ਜਾਣ ਬੁੱਝ ਕੇ ਉਹਨਾਂ ਦਾ ਨੰਬਰ ਵੀ ਨਹੀਂ ਚੁੱਕਦੇ। ਠੀਕ ਹੋ ਗਿਆ। ਇਹ ਇੱਕ ਜ਼ਰੀਲ ਕਰਨ ਦਾ ਬਹਾਨਾ ਹੈ, ਇਹ ਇੱਕ ਯਾਨੀ ਕਿ ਸਮਝੋ ਕਿ ਇੱਕ ਰੋਡ ਤੇ ਖਲੋ ਕੇ ਮੰਗਣ ਦੀ ਇੱਕ ਆਦਤ ਹੈ। ਬੱਚੀਆਂ ਸਾਡੀਆਂ ਆਪਣੀਆਂ ਨੇ, ਬੱਚਿਆਂ ਨੂੰ ਖੁਦ ਪਤਾ ਹੋਣਾ ਚਾਹੀਦਾ ਸਾਡਾ ਬਾਪ ਹੈ। ਇਹ 2-4 ਦਿਨ 'ਚ ਫੈਸਲਾ ਹੋ ਜਾਣਾ, ਤੇ ਇਹ ਫੈਸਲੇ ਹੁੰਦੇ ਨੇ ਬੈਠ ਕੇ, ਤਾਂ ਕਿ ਨਾ ਖੁਦਾ ਦੀ ਤਰਫੋਂ ਕਿਸੇ ਤਰਫ ਨਾ ਚੋਲ ਨਾ ਵੱਜੇ। ਚੋਲ ਤੋਂ ਮੁਰਾਦ ਕਿ ਕੁਰਾਨ ਇਹੀ ਕਹਿੰਦਾ ਨਾ ਕਿ ਇਨਸਾਫ ਇੱਕ ਜੈਸਾ ਹੋਵੇ। ਠੀਕ ਹੈ ਨਾ? ਅਗਰ ਉਹ ਭਤੀਜਾ ਹੈ ਤੇ ਇਹ ਵੀ ਮੇਰੀਆਂ ਭਤੀਜੀਆਂ ਨੇ, ਅਸੀਂ ਇਹਨਾਂ ਨਾਲ ਵੀ ਇਨਸਾਫ ਇੱਕੋ ਜਿਹਾ ਕਰਨਾ ਚਾਹੁੰਦੇ। ਸਰ ਕਿੰਨੀ ਜਾਇਦਾਦ ਹੈ ਤਾਰਿਕ ਸਾਹਿਬ ਦੀ? ਤਾਰਕ ਸਾਹਿਬ ਦਾ ਜੀ ਇੱਕ ਘਰ ਹੈ 5 ਮਰਲੇ ਦਾ। ਠੀਕ ਹੋ ਗਿਆ। ਤੇ ਇੱਕ ਗੱਡੀ ਹੈ, ਤੇ ਬੈਂਕ ਬੈਲੈਂਸ ਫਿਲਹਾਲ ਹਜੇ ਬੰਦ ਹੈ। ਉਹ ਜੋ ਹੋਏਗਾ ਪਤਾ ਲੱਗ ਜਾਏਗਾ ਸਾਨੂੰ। ਸਰ ਇਹ ਵੀ ਸੁਣਨ 'ਚ ਆਇਆ ਕਿ ਜਦੋਂ ਤਾਰਿਕ ਸਾਹਿਬ ਹਸਪੀਟਲ 'ਚ ਹੈਗੇ ਸੀ ਤੇ ਤੁਸੀਂ ਉਹ ਛੋਟੀ ਜਿਹੜੀ ਮਾਸੂਮ ਕਲੀਆਂ ਨੇ ਉਹਨਾਂ ਨੂੰ ਤੁਸੀਂ ਮਿਲਣ ਵੀ ਨਹੀਂ ਦਿੱਤਾ? ਹਾਂਜੀ ਬਿਲਕੁਲ, ਤੁਹਾਡੀ ਗੱਲ ਸਹੀ ਹੈ। ਮਾਸੂਮ ਕਲੀਆਂ ਸਾਡੀਆਂ ਭਤੀਜੀਆਂ ਨੇ, ਉਹ ਆਈਆਂ ਨਹੀਂ ਹਸਪਤਾਲ ਦੇ ਵਿੱਚ। ਇਹਨਾਂ ਦੀ ਵਾਲਦਾ ਆਈ ਹੈ 3 ਤਰੀਕ ਨੂੰ ਹਸਪੀਟਲ ਫਰੂਕ ਦੇ ਵਿੱਚ। ਬਿਲਕੁਲ ਮੈਂ ਖੁਦਾ ਨੂੰ ਹਾਜ਼ਰ ਨਾਜ਼ਰ ਕਰਕੇ ਕੱਲੀ ਆਈ ਹੈ। ਤਾਰਕ ਸਾਹਿਬ ਵੈਂਟੀਲੇਟਰ 'ਤੇ ਸੀ, ਉਹਨਾਂ ਨੂੰ ਬਲੱਡ ਦੀਆਂ ਬੋਤਲਾਂ ਲੱਗਦੀਆਂ ਸੀ ਮਿੰਟ ਬਾਅਦ ਹੀ। ਠੀਕ ਹੋ ਗਿਆ। ਇਹ ਮੈਨੂੰ ਇੱਕ ਮਿਲਣ ਵਾਲੇ ਦੀ ਕਾਲ ਹੈ ਕਿ ਯਾਰ ਉਹਨਾਂ ਨੂੰ ਮਿਲਾ ਦਿਓ। ਮੈਂ ਕਿਹਾ ਜੀ ਭੇਜ ਦਿਓ, ਬੱਚਿਆਂ ਨੂੰ ਮਿਲਾ ਦੇਣਾ। ਬੱਚਿਆਂ ਦਾ ਹੱਕ ਹੈ, ਹੱਕ ਦੇ ਵੇਖਣਾ ਬੱਚਿਆਂ। ਜਦ ਕਿ ਉਹਨਾਂ 'ਤੇ ਤਲਾਕ ਹੋਈ ਹੈ, ਤਲਾਕ ਦੀ ਤਾਰਕ ਸਾਹਿਬ ਅਗਰ ਇਸ ਪੋਜੀਸ਼ਨ 'ਚ ਪਹੁੰਚੇ ਨੇ ਤੇ ਇਸ ਔਰਤ ਦੀ ਵਜ੍ਹਾ ਨਾਲ ਪਹੁੰਚੇ ਨੇ। ਨਹੀਂ ਸਰ, ਇਸ ਔਰਤ ਦੀ ਵਜ੍ਹਾ ਤੋਂ ਕਿਉਂ ਪਹੁੰਚੇ ਨੇ? ਇਹਦੀ ਕੀ ਵਜ੍ਹਾ? ਹਾਂਜੀ, ਇਹਦੀ ਵਜ੍ਹਾ ਕਿ ਸਰ ਜਿੰਨੇ ਇਹਨੇ ਟੌਰਚਰ ਕੀਤਾ ਹੋਇਆ ਸੀ ਨਾ, ਹੁਣ ਉਹ ਹਰ ਜਗ੍ਹਾ ਦੀ ਚੌਂਕ 'ਚ ਖਲੋ ਕੇ ਕਹਿੰਦੀ ਤਾਰ ਸਾਹਿਬ ਬਹੁਤ ਅੱਛੇ ਸੀ, ਤਾਰ ਸਾਹਿਬ ਬਹੁਤ ਅੱਛੇ ਸੀ। ਸਰ ਜੀ ਤਲਾਕ ਦੀ ਵਜ੍ਹਾ ਵੀ ਇਹ ਖੁਦ ਹੈ। ਇਹ ਤਾਰਕ ਸਾਹਿਬ ਜਦੋਂ ਸ਼ਾਦੀ ਕੀਤੀ ਹੈ, ਇਹ ਬੜਾ ਲੰਮਾ ਪ੍ਰੋਸੀਜਰ ਹੈ। ਤਲਾਕ ਹੋਈ ਨੂੰ 11 ਸਾਲ ਹੋ ਗਏ ਨੇ। ਸਰ ਸ਼ਾਦੀ ਵੀ ਤਾਂ ਤੁਸੀਂ ਕਰਾਈ ਸੀ? ਸਰ ਜੀ ਮੈਂ ਕਿਦੋਂ ਕਹਿੰਦੇ, ਅਗਰ ਸ਼ਾਦੀ ਮੈਂ ਕਰਾਈ ਤਾਂ ਮੈਂ ਇਸ ਥੋੜ੍ਹਾ ਉਹਨੂੰ ਗਰੰਟੀ ਦਿੱਤੀ ਸੀ ਕਿ ਤੇਰੀ ਮੈਂ ਸ਼ਾਦੀ ਕਰਾ ਦੇਂਗਾ, ਉਸ ਤੋਂ ਬਾਅਦ ਤੂੰ ਆ ਕੇ ਘਰ 'ਚ ਭਾਂਡੇ ਖੜਕਾ ਦੇ ਤੇ ਮਾਰਨਾ ਸ਼ੁਰੂ ਕਰ ਦੇ, ਤਾਰਕ ਸਾਹਿਬ ਦਾ ਗਿਰਬਾਨ ਫੜਨਾ ਸ਼ੁਰੂ ਕਰ ਦੇ, ਬੱਚੇ ਦਾ ਗਲਾ ਘੋਟਣਾ ਸ਼ੁਰੂ ਕਰ ਦੇ, ਤਾਂ ਤੈਨੂੰ ਤਲਾਕ ਨਹੀਂ ਹੋਏਗੀ। ਇਹ ਗਰੰਟੀ ਮੈਂ ਦਿੱਤੀ। ਇੱਕ ਖਰਬੂਜੇ ਅਸੀਂ 10 ਕਿਲੋ ਲੈਨੇ, ਵਿੱਚੋਂ ਖਰਾਬ ਨਿਕਲ ਆਵੇ ਤਾਂ ਦੁਕਾਨਦਾਰ ਤੇ ਕਹਿੰਦਾ ਭਾਈ ਮੇਰੀ ਤਾਂ ਗਰੰਟੀ ਕੋਈ ਨਹੀਂ ਹੈਗੀ। ਲੇਕਿਨ ਸਰ ਤਲਾਕ ਦੀ ਵਜ੍ਹਾ ਵੀ ਤਾਂ ਤੁਸੀਂ ਹੋ। ਨਹੀਂ, ਮੈਂ ਕੋਈ ਵਜ੍ਹਾ ਨਹੀਂ ਹੈਗਾ। ਸਰ ਮੀਡੀਆ ਦੇ ਉੱਤੇ ਜਗ੍ਹਾ
ਜਗ੍ਹਾ ਤੇ ਉਸ ਔਰਤ ਨੇ ਬਿਆਨ ਦਿੱਤਾ ਅਸਮਾ ਬੀਬੀ ਨੇ ਕਿ ਤੁਸੀਂ ਉਹਨਾਂ ਦੀ ਅਜ਼ਦਵਾਜੀ ਜ਼ਿੰਦਗੀ ਜਿਹੜੀ ਹੈਗੀ ਸੀ ਉਹ ਡਿਸਟਰਬ ਕਰ ਰਹੇ ਸੀ, ਤੁਸੀਂ ਨੁਕਰਾਂ 'ਚ ਖੁੱਡਿਆਂ 'ਚ ਛੁਪ ਛੁਪ ਕੇ ਵੇਖਦੇ ਸੀ। ਤੁਸੀਂ ਖੁੱਡਾ ਹੁਣ ਦੇਖ ਲਓ ਜਾ ਕੇ। ਮੇਰੀ ਭਰਜਾਈ ਹੈ, ਮੈਂ ਭੈਣ ਬਣਾ ਕੇ ਲਿਆਂਦਾ, ਕੋਈ ਦਿਓਰ ਜਾਂ ਭਰਾ ਖੁੱਡਾਂ 'ਚ ਵੇਖਣ ਵਾਸਤੇ ਨੂੰ ਲਿਆਂਦਾ ਸੀ? ਇਹ ਪਹਿਲੇ ਮੈਨੂੰ ਦੱਸੋ। ਤੁਸੀਂ ਆਪਣਾ ਚੀਜ਼ ਫੈਸਲਾ ਕਰੋ ਕਿ 11 ਸਾਲ ਇਸ ਗੱਲ ਨੂੰ ਤਲਾਕ ਹੋਈ ਨੂੰ ਹੋ ਗਏ ਨੇ। 11 ਸਾਲ ਦੇ ਵਿੱਚ ਹੁਣ ਤੱਕ ਅਦਾਲਤ 'ਚੋਂ ਖਰਚਾ ਲੈ ਰਹੀ ਹੈ ਤੇ ਟੀਵੀ ਤੇ ਇੱਕ ਪੱਟੀ ਚੱਲਦੀ ਹੈ। ਤਾਰਕ ਸਾਹਿਬ ਨੇ ਅੱਜ ਖਰਚਾ ਨਹੀਂ ਭੇਜਿਆ। ਇੱਕ ਮਿੰਟ, ਤਾਰਕ ਸਾਹਿਬ ਨੇ ਖਰਚਾ ਨਹੀਂ ਭੇਜਿਆ ਗ੍ਰਿਫਤਾਰ, ਉਦੋਂ ਪੱਟੀ ਕਿਉਂ ਨਹੀਂ ਸੀ ਚਲਾਉਂਦੀ? ਤਾਰਕ ਸਾਹਿਬ ਦੇ ਦਿੰਦੇ ਆ ਬਿਆਨ ਦੇ ਦਿੰਦੀ ਹਾਂ। ਤਾਰਕ ਸਾਹਿਬ ਆਪਣੇ ਦਿਫਾਕ, ਹੁਣ ਇੱਕ ਬੰਦਾ ਮਰ ਗਿਆ ਦੁਨੀਆ ਤੋਂ ਮੁਰ ਗਿਆ, ਉਹ ਚਾਹੇ ਮੇਰੇ ਤੇ 10 ਦਾ ਇਲਜ਼ਾਮ ਲਾਵੇ ਚਾਹੇ 2000 ਇਲਜ਼ਾਮ ਲਾਵੇ। ਜੀ ਗੱਲ ਹੈ ਵੇ, ਮੇਰੀ ਗੱਲ ਸੁਣੋ। ਤਾਰਕ ਸਾਹਿਬ ਜ਼ਿੰਦਾ ਸਨ ਜਦੋਂ ਬੱਚੀਆਂ ਪੈਦਾ ਹੋਈਆਂ, ਹਾਂਜੀ। ਉਸ ਟਾਈਮ ਉਹਨਾਂ ਦੀ ਉਮਰ ਚੰਗੀ ਭਲੀ ਸੀ। ਤਾਰਕ ਤਾਰਕ ਸਾਹਿਬ ਨੇ ਆਪਣੀ ਬੱਚਿਆਂ ਦੀ ਕਫਾਲਤ ਦੀ ਜ਼ਿੰਮੇਵਾਰੀ ਆਪਣੀ ਉਹਦੀ ਮਾਂ ਨੂੰ ਕਿਉਂ ਦਿੱਤੀ, ਆਪ ਕਿਉਂ ਨਹੀਂ ਚੁੱਕੀ? ਸਰ ਜੀ, ਮਾਂ ਨੇ ਬੱਚੀਆਂ ਦਿਖਾਈਆਂ ਹੀ ਨਹੀਂ ਉਹਨੂੰ, ਬੱਚੀਆਂ ਦਿਖਾਈਆਂ ਹੀ ਨਹੀਂ ਉਹਨੂੰ। ਸਰ ਇੱਕ ਲੈਜੈਂਡਰੀ ਆਰਟਿਸਟ ਜਿਹਦਾ ਤਲਕ ਵੀ ਹੈ, ਜਿਹਦਾ ਹੱਥ ਵੀ ਪੈਂਦਾ ਹੈ, ਇਹ ਕਿਵੇਂ ਹੋ ਸਕਦਾ ਹੈ ਕਿ 2 ਬੱਚੀਆਂ ਹੋ ਗਈਆਂ ਤੇ ਮਾਂ ਨੇ ਨਹੀਂ ਮੈਂ ਵਿਖਾਇਆ? ਤੁਹਾਨੂੰ ਦੇਣਾ ਨਾ, ਮੈਂ ਤੁਹਾਨੂੰ ਦੱਸ ਰਿਹਾ, ਅਦਾਲਤ 'ਚ ਇਹ ਖਰਚਾ ਲਈ ਜਾ ਰਹੀ ਸੀ। ਅਦਾਲਤ 'ਚ ਅਸੀਂ ਬਾਰ-ਬਾਰ ਰਿਟ ਕਰ ਰਹੇ ਸੀ ਕਿ ਸਾਨੂੰ ਬੱਚੀਆਂ ਦਿੱਤੀਆਂ ਜਾਣ। ਅਗਰ ਇਹਦੇ ਕੋਲ ਨਹੀਂ ਪਲਦੀਆਂ, ਅਗਰ ਇਹ ਨਹੀਂ ਪਲਦੀਆਂ, ਕਈ ਐਸੀਆਂ ਜਗ੍ਹਾ ਨੇ ਵੱਡੀਆਂ ਬਹਿ ਕੇ, ਬੜੇ ਅੱਛੇ ਬੰਦੇ ਵਿੱਚ ਬਹਿ ਕੇ ਪੰਚਾਇਤਾਂ ਬੈਠੀਆਂ ਨੇ, ਬੜੇ ਵੱਡੇ ਅਫਸਰ ਬੈਠੇ ਨੇ ਵਿੱਚ। ਉਹਨਾਂ ਨੇ ਇਹੀ ਕਿਹਾ ਕਿ ਬੀਬੀ ਸਾਨੂੰ ਬੱਚੀਆਂ ਦੇ ਦੇ, ਅਸੀਂ ਇਹਨਾਂ ਦੀ ਕਫਾਲਤ ਦੇਖ ਰਹੀ, ਤੈਨੂੰ ਆਪ ਬਿਹਤਰ ਪਤਾ ਲੱਗੇਗਾ, ਤੂੰ ਆਪਣੀ ਸ਼ਾਦੀ ਕਰ ਜਿੱਥੇ। ਇਹਨੇ ਕਿਹਾ ਮੈਂ ਬੱਚੀਆਂ ਨਹੀਂ ਦੇਣੀਆਂ। ਇੱਕ ਗੱਲ ਹੋ ਗਈ। ਉਹਨਾਂ ਨੇ ਫਿਰ ਇਹ ਵੀ ਫੈਸਲਾ ਕੀਤਾ ਕਿ ਤਾਰਕ ਸਾਹਿਬ ਇਹਨਾਂ ਦੇ ਬੈਂਕ ਅਕਾਊਂਟ ਖੁਲਵਾ ਦਿਓ, ਬੈਂਕ ਅਕਾਊਂਟ ਦੇ ਵਿੱਚ ਇਹਨਾਂ ਦੀ ਰਕਮ ਜਮ੍ਹਾਂ ਹੋਏਗੀ, 30,000 ਜਾਂ 35,000 ਜਮ੍ਹਾਂ ਹੋਈ ਜਾਏਗੀ। ਠੀਕ ਹੋ ਗਿਆ। ਅਦਾਲਤਾਂ ਕੋਲ ਇੰਨਾ ਟਾਈਮ ਨਹੀਂ ਹੈਗਾ ਕਿ ਇਹਨਾਂ ਕੇਸਾਂ ਪਿੱਛੇ ਦੌੜਨ ਭੱਜਣ, ਨਾ ਅਦਾਲਤਾਂ ਫੈਸਲਾ ਕਰਾਉਂਦੀਆਂ ਨੇ। ਹਰ ਸਾਲ ਬਾਅਦ ਪੈਸੇ ਵਧਣਗੇ ਵੀ। ਠੀਕ ਹੋ ਗਿਆ। ਇਹਨਾਂ ਨੇ ਕਿਹਾ ਜੀ ਇਹਦੇ ਬਾਪ ਨੇ ਜਾਂ ਇਹ ਬੈਠੇ ਨੇ, ਸਾਡੇ ਵੀ ਬੈਠੇ ਸੀ, ਇਹਨਾਂ ਨੇ ਇਹ ਫੈਸਲਾ ਕੀਤਾ ਨਹੀਂ ਅਸੀਂ ਅਦਾਲਤ 'ਚ ਕੇਸ ਨਹੀਂ ਚੁੱਕਣਾ। ਉਹਨਾਂ ਨੇ ਉਸ ਟਾਈਮ ਇਹ ਸਟਾਂਪ ਲਿਖਿਆ ਜਾ ਰਿਹਾ ਸੀ। ਇਹਨਾਂ ਨੇ ਕਿਹਾ ਜੀ ਅਸੀਂ ਕੇਸ ਨਹੀਂ ਚੁੱਕਣਾ, ਅਸੀਂ ਜ਼ਰੀਲ ਕਰਨਾ ਹੈ। ਤੇ ਤਾਰਕ ਸਾਹਿਬ ਨੇ ਕਿਹਾ ਕਰੀ ਜੋ, ਕੋਈ ਗੱਲ ਨਹੀਂ, ਮੈਨੂੰ ਕਿਹੜਾ ਕੋਈ ਫਰਕ ਪੈਂਦਾ, ਕਰੀ ਜੋ, ਮੈਨੂੰ ਲੋਕਾਂ ਨੂੰ ਪਤਾ ਹੀ ਹੈ। ਇਹ ਬੱਚੀਆਂ ਤਾਰਕ ਸਾਹਿਬ ਨੇ 101 ਦਫਾ ਅਦਾਲਤ 'ਚ ਰਿਟ ਕੀਤੀ ਸੀ ਕਿ ਬੱਚੀਆਂ ਤੋਂ ਮੇਰੀਆਂ ਰੋੜਾਂ ਦੇ ਨਾਲ। ਇਹ ਤਾਰਕ ਸਾਹਿਬ ਨੂੰ ਕਹਿੰਦੀ ਸੀ ਕਿ ਮੈਂ ਤੇਰੀਆਂ ਬੱਚੀਆਂ ਰੋੜਾਂ ਦੇ ਲਿਆਵਾਂਗੀ, ਮੈਂ ਤਾਰੀਆਂ ਇੰਜ ਕਰਾਂਗਾ। ਮੇਰੇ ਕੋਲ ਵਾਈਸ ਹੈ। ਤਾਰਕ ਸਾਹਿਬ ਫੌਤ ਹੋਣ ਤੋਂ ਬਾਅਦ ਅੱਜ ਇਹ ਰੋਡ ਤੇ ਆਈ ਨਾ, ਅੱਜ ਆਈ ਨਾ, ਤੇ ਤਾਰਕ ਸਾਹਿਬ ਨੇ ਆਪਣੇ ਜ਼ਿੰਦਿਆਂ ਜਾਨ, ਤਾਰਕ ਸਾਹਿਬ ਨੇ ਵਸੀਅਤ ਕਰਤੀ ਕਿ ਤੁਹਾਡੀ ਮਾਂ ਵਾਰਾ ਔਰਤ ਹੈ, ਫੇਰੂ ਔਰਤ ਹੈ। ਅੱਛਾ, ਤਾਰਿਕ ਸਾਹਿਬ ਨੇ ਆਪ ਕਿਹਾ? ਤੁਹਾਡੇ ਕੋਲ ਰਿਕਾਰਡਿੰਗ ਹੈ? ਸੁਣਾਓ ਜੀ। ਹਲੋ ਬੇਟਾ, ਤੁਹਾਡੀ ਮਾਂ ਲੈ ਜਾਂਦੀ ਆ, ਫਿਰਦੀ ਤੁਰਦੀ ਔਰਤ ਆ, ਪੈਸੇ ਅਦਾਲਤ 'ਚੋਂ ਲੈ ਜਾਂਦੀ ਹੈ, ਤੁਹਾਡਾ ਖਰਚਾ ਸਾਰਾ ਲੈ ਕੇ ਜਾਂਦੀ ਆ। उससे किताबें लो, उससे ही बस्ते लो, उसको वारा घूमने दो, वो वारा औरत है, उसको घूमने दो, तुम माँ की मानो। अच्छा, माँ की ना मानती तो मैं बात करता। माँ तुम्हारी फेरू तोरू है, वो लेके चलेगी अदालत से पैसे, वो पैसे आपके घर वाले खा रहे हैं, आपको नहीं लेके देते कुछ भी। मैं क्या करूं? जब मुझे मिलने आओगे मैं फिर बताऊंगा। ओके, अल्लाह हाफिज़। ਠੀਕ ਹੈ। ਇਹ ਤਾਰਕ ਸਾਹਿਬ ਦੀ ਵਾਇਸ ਸੁਣ ਲਈ, ਜਦ ਕਿ ਉਦੋਂ ਇਹ ਰੋੜਾਂ ਦੇ ਨਹੀਂ ਸੀ ਆਈ। ਰੋੜਾਂ ਦੇ ਤਾਰਕ ਟੈਡੀ ਸਾਹਿਬ ਖੁਦ ਕਹਿ ਰਹੇ ਨੇ, ਮੈਂ ਨਹੀਂ ਕਹਿ ਰਿਹਾ। ਇਹ ਖੁਦ ਉਦੋਂ ਇਹਨੇ ਤਾਰਕ ਨੂੰ ਕਿਹਾ ਸੀ ਕਿ ਮੈਂ ਤੇਰੀਆਂ ਬੱਚੀਆਂ ਕੋਲੋਂ 20 ਮੰਗਵਾਵਾਂਗੀ, ਤੇਰੀਆਂ ਬੱਚੀਆਂ ਕੋਲੋਂ ਮੈਂ ਫਲਾਣਾ ਕੰਮ ਕਰਾਵਾਂਗੀ। ਤਾਰਕ ਸਾਹਿਬ ਦੇ ਮਿਲਣ ਵਾਲਿਆਂ ਦੇ ਪਾਲਰਾਂ ਤੇ ਜਾਂਦੀ ਰਹੀ ਹੈ, ਤਾਰਕ ਸਾਹਿਬ ਦੇ ਦੋਸਤਾਂ ਦੇ ਘਰ ਜਾ ਕੇ ਉਹਨੂੰ ਟੌਰਚਰ ਕਰਦੀ, ਤੇ ਦੋਸਤ ਵਿਚਾਰੇ ਮਾਯੂਸ ਹੋ ਕੇ ਕਹਿੰਦੇ ਸੀ ਤਾਰਕ ਸਾਹਿਬ ਅਸੀਂ ਤਾਂ ਨਾਲ ਗੱਲ ਨਹੀਂ ਕਰ ਸਕਦੇ, ਗੱਲ ਨਹੀਂ। ਤਾਰਕ ਸਾਹਿਬ, ਇੱਕ ਬੰਦਾ ਖੁਦ ਬਿਮਾਰ ਹੈ, ਇੱਕ ਨੂੰ ਇਹ ਬਿਮਾਰੀ ਲੱਗ ਗਈ ਆਪਣੀ ਬੇਟੀਆਂ ਦੀ। ਇਹ ਤਾਰਕ ਸਾਹਿਬ ਬਿਆਨ ਦੇ ਰਹੇ ਨੇ, ਮੈਂ ਨਹੀਂ ਦੇ ਰਿਹਾ। ਫਿਰ ਇਹਨੇ ਇੱਕ ਦਫਾ ਗੁੰਡੇ ਭੇਜੇ ਨੇ ਤਾਰਕ ਸਾਹਿਬ ਦੇ ਘਰ, ਉਹ 42 ਤੇ ਖਬਰ ਚੱਲੀ ਹੋਈ ਹੈ। ਫਿਰ ਇਹਨੇ ਬੱਚਿਆਂ ਕੋਲੋਂ ਗੇੜ ਖਲਵਾਉਣ ਦੀ ਕੋਸ਼ਿਸ਼ ਕੀਤੀ ਹੈ, ਬੱਚੀਆਂ ਦੀ ਆੜ 'ਚ ਆਪ ਮਿਲਦੀ ਸੀ। ਫਿਰ ਇਹਨੇ ਇੱਕ ਦਫਾ ਤਾਰਕ ਸਾਹਿਬ ਦੀਆਂ ਘਰ ਦੇ ਵਿੱਚ ਬੱਚੀਆਂ ਕੋਲੋਂ ਗੇਟ ਟਪਾਇਆ ਗਿਆ, ਬੱਚੀਆਂ ਨੂੰ ਇਹਨੇ ਗੇਟ ਟਪਾਇਆ ਬੂਆ ਖਲਵਾਉਣ ਵਾਸਤੇ। ਬੱਚੀਆਂ ਦਾ ਹੱਕ ਹੈ ਬੂਆ ਖੜਕਾ ਕੇ ਆਉਣ। ਇਹਨੇ ਬੰਦੇ ਨਾਲ ਭੇਜੇ ਨੇ, ਡਾਕੂ ਜਾਂ ਚੋਰ ਜਾਂ ਜੋ ਵੀ, ਇਹਨੇ ਬੰਦੇ ਭੇਜ ਕੇ। ਇਹ ਮੈਂ ਤੁਹਾਨੂੰ ਵੀਡੀਓ ਦਿਖਾ ਰਿਹਾ, ਇਹ ਤੁਹਾਡਾ ਕੈਮਰਾ ਅੱਗੇ ਦਿਖਾ ਸਕੇ। ਦੇਖੋ ਬੱਚੀ ਗੇਟ ਟੱਪਣ ਡਈ ਤਾਰਕ ਟੈਡੀ ਦਾ ਘਰ ਦਾ। ਇਹ ਹੁਣ ਆ ਕੇ ਅਸੀਂ ਆਪਣਾ ਦਿਫਾਅ ਜ਼ਰਾ ਕੀਤਾ ਹੈ। ਤਲਾਕ ਦੀ ਵਜ੍ਹਾ ਇਹਨੂੰ ਖੁਦ ਆਪ ਪਤਾ ਹੈ ਕਿ ਇਹਦੇ ਮਾਂ ਬਾਪ 'ਚ ਵੀ ਇੰਨੀ ਹਿੰਮਤ ਨਹੀਂ ਸੀ ਹੈਗਾ ਕਿ ਇਸ ਔਰਤ ਦਾ ਮੋਬਾਈਲ ਬੰਦ ਕਰਾ ਦੇਣ। ਤਲਾਕ ਦੀ ਵਜ੍ਹਾ ਇਹ ਖੁਦ ਹੈ, ਤਲਾਕ ਦੀ ਵਜ੍ਹਾ ਦਾ ਮਾਂ ਹੈ, ਤਲਾਕ ਦੀ ਵਜ੍ਹਾ ਦਾ ਪਿਓ ਹੈ। ਜਦੋਂ ਔਰਤ ਨੂੰ ਘਰ ਮਰਦ ਉਹਦਾ ਕਹਿ ਜਾਵੇ ਨਾ ਕਿ ਬੇਗਮ ਆਪ ਨੇ ਇਹ ਕੰਮ ਨਹੀਂ ਕਰਨਾ, ਤੇ ਔਰਤ ਦਾ ਕੰਮ ਹੈ ਕਿ ਉਹ ਕੰਮ ਨਾ ਕਰੇ। ਇਹਦੇ ਮੋਬਾਈਲ 'ਤੇ ਤਾਰਕ ਸਾਹਿਬ ਨੂੰ ਤਰਾਸ ਸੀ, ਇਹ ਮੋਬਾਈਲ 'ਚ ਉਹਦਾ ਡਾਟੇ ਕੱਢਦੀ ਸੀ। ਸੁਣ ਲਓ, ਪਹਿਲੇ ਡਾਟੇ ਕੱਢਦੇ ਸੀ। ਮੇਰੀ ਬੇਗਮ ਅੱਜ ਡਾਟੇ ਕੱਢੇਗੀ, ਕੱਲ੍ਹ ਨੂੰ ਯਾਰਾਂ ਦੋਸਤਾਂ ਨੂੰ ਫੋਨ ਕਰੇਗੀ, ਮੇਰੇ ਦੋਸਤ ਉੱਠ ਕੇ ਮੈਨੂੰ ਪੁੱਠੀਆਂ ਸਿੱਧੀਆਂ ਗੱਲਾਂ ਕਰਨਗੇ, ਤੇ ਮੈਂ ਤਲਾਕ ਨਹੀਂ ਦੇਵਾਂਗਾ, ਤੇ ਮੈਂ ਉਹਨੂੰ ਕੀ ਘਰ ਰੱਖਾਂਗਾ? ਤੁਸੀਂ ਮੈਨੂੰ ਦੱਸੋ ਨਾ ਪਹਿਲੇ। ਠੀਕ ਹੋ ਗਿਆ। ਮੈਨੂੰ ਆਪਣੀ ਬੇਗਮ ਕੋਲੋਂ ਸਕੂਨ ਹੈ, ਅਗਰ ਉਹਨੂੰ ਮੈਨੂੰ ਬੜਾ ਸਕੂਨ ਹੈ, ਤੇ ਮੇਰਾ ਭਾਈ ਮੈਨੂੰ ਕਹਿ ਦੇਵੇ ਇਹਨੂੰ ਤਲਾਕ ਦੇ ਦੇ, ਤੇ ਮੈਂ ਆਪਣਾ ਭਾਈ ਛੱਡ ਦੇਵਾਂਗਾ, ਮੈਂ ਆਪਣੀ ਬੇਗਮ ਕੋ ਛੱਡਾਂਗਾ। ਠੀਕ ਹੋ ਗਿਆ। ਤਾਰਕ ਸਾਹਿਬ ਨੇ ਮੇਰੇ ਕਹਿਣ 'ਤੇ ਤਲਾਕ ਦੇ। ਇਹ ਉਸ ਦੌਰ ਦੇ ਵਿੱਚ ਕੋਈ ਐਸਾ ਮਰਦ ਨਹੀਂ ਜਿਹਨੂੰ ਇਹ ਕਾਲ ਨਹੀਂ ਸੀ ਕਰਦੀ। ਉਹਦਾ ਬਕਾਇਦਾ ਹਰ ਚੀਜ਼ ਦਾ ਇਹ ਰੇਟ ਕਰੇ, ਮੈਂ ਇਹਦਾ ਸਬੂਤ ਦੇ ਦਿਆਂਗਾ।
ਠੀਕ ਹੈ, ਮੈਂ ਸਾਰੇ ਸਬੂਤ ਸੰਭਾਲੇ ਹੋਏ ਨੇ ਤਾਰਕ ਸਾਹਿਬ ਦੇ ਜਿਹੜੇ ਮੈਨੂੰ ਉਹਨਾਂ ਨੇ ਫੜਾਇਆ ਸੀ, ਮੈਂ ਹਰ ਚੀਜ਼ ਰੱਖੀ ਹੋਈ ਹੈ।